सतनाम श्री वाहे गुरु साहिब जियो। राग गौड़ी भगतां की बाणी एक ओंकार सतनाम करता पुरख गुर प्रसाद। गौड़ी ग्वारेरी श्री कबीर जियो के चौपदे 14। अब मोह जलत राम जल पाया, राम उदक तन जलत बुझाया। रहाओ मन मारन कारण बन जाइए, सो जल बिन भगवंत ना पाइए। जह पावक सुर नर है जारे, राम उदक जन जलत उभारे। भव सागर सुख सागर माही, पीव रह जल न खुटत नाही। कह कबीर पज सारंग पानी, राम उदक मेरी तिखा बुझानी। कह कबीर पज सारंग पानी, राम उदक मेरी तिखा बुझानी। अब मोह जलत राम जल पाया। वाहिगुरु जी का खालसा, वाहिगुरु जी की फतेह। परम सम्मान योग गुरु खालसा सत संगत जियो। सतगुरु ने अपार बख्शिश की। आप संगतां सतगुरु दे पावन पवित्र सोहणे दरबार दे विच हाज़र हो के गुरबाणी दी लड़ीवार कथा सरवण कर रहे हो। पंचम पातशाह शहीदां दे सरताज शांति दे सोमे धन गुरु अर्जन देव महाराज सच्चे पातशाह ने जदों साहिब श्री गुरु ग्रंथ साहिब जी की संपादना की। इतिहास बहुत लंबा है। बाबा मोहन जी जो तीजे पातशाह धन गुरु अमरदास महाराज दे वड्डे सपुत्र सन, उन्हां दे पासों गुरबाणी दीयां पोथियां आप लैके आए। होर भी जिस जिस थावां ते सतगुरु दी बाणी पई होई सी, सब गुरसिख संगतां नूं हुक्मनामे भेज के सारी बाणी नूं एक थां एकत्र करवाया, जिथे सतगुरु साहिबान दी पवित्र बाणी नूं सतगुरु महाराज ने एकत्र कीता। उत्थे उसदे नाल नाल उन्हां भगतां महापुरखां दी बाणी नूं भी साहिब सतगुरु सच्चे पातशाह ने जिहड़े उन्हां दे पैरोकार सन, उन्हां दे अनुयायी सन, उन्हां दे पासों अपने कोल मंगवाया। उन्हां भगतां महापुरखां दी बाणी दा भी संशोधन करके जिथे साहिब श्री गुरु ग्रंथ साहिब जी की संपादना की, उथे सतगुरु साहिबान दे नाल नाल भगतां दी बाणी नूं भी गुरु महाराज ने साहिब श्री गुरु ग्रंथ साहिब जी दे विच दर्ज कीता। जिवें कि सतगुरु ने गुरबाणी दी तरतीब बनाई है। किसी भी राग दे आरंभ दे विच सब तो पहला धन गुरु नानक देव महाराज दी बाणी, फिर दूजे पातशाह गुरु अंगद देव महाराज दी बाणी, फिर तीजे सतगुरु दी बाणी, फिर चौथे दी, अखीर ते पंजवीं पातशाह अपनी बाणी नाल रच के
ਸਤਿਗੁਰੂ ਮਹਾਰਾਜ ਦੀ ਬਾਣੀ ਤੋਂ ਬਾਅਦ ਰਾਗ ਦੇ ਅਖੀਰ ਦੇ ਉੱਪਰ ਸਤਿਗੁਰੂ ਨੇ ਭਗਤਾਂ ਦੀ ਬਾਣੀ ਵੀ ਦਰਜ ਕੀਤੀ। ਠੀਕ ਹੈ, ਕਈ ਰਾਗਾਂ ਦੇ ਵਿੱਚ ਸਾਰੇ ਸਤਿਗੁਰੂ ਸਾਹਿਬਾਨ ਦੀ ਬਾਣੀ ਵੀ ਨਹੀਂ ਤੇ ਨਾ ਹੀ ਭਗਤਾਂ ਦੀ ਬਾਣੀ ਦਰਜ ਹੈ। ਇਹ ਸਤਿਗੁਰੂ ਦੀ ਮੌਜ ਸੀ। ਜਿਸ ਰਾਗ ਦੇ ਵਿੱਚ ਜਿਸ ਸਤਿਗੁਰੂ ਦੀ ਬਾਣੀ ਉਚਾਰਨ ਕੀਤੀ ਉਹਨੂੰ ਉੱਥੇ ਲਿਖਵਾਇਆ ਤੇ ਅਖੀਰ ਉੱਤੇ ਭਗਤਾਂ ਦੀ ਬਾਣੀ ਵੀ ਦਰਜ ਕੀਤੀ। ਭਗਤ ਬਾਣੀ ਦਰਜ ਕਰਨ ਦੇ ਸਮੇਂ ਜਿਵੇਂ ਸਤਿਗੁਰੂ ਦੀ ਬਾਣੀ ਲਿਖਵਾਉਣ ਦੇ ਸਮੇਂ ਪਹਿਲਾ ਦਰਜਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕੀਤਾ, ਕਿਉਂਕਿ ਉਹ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਸਨ ਤੇ ਸਭ ਤੋਂ ਮਹਾਨ ਸਨ। ਉਹਨਾਂ ਨੂੰ ਪਹਿਲਾ ਦਰਜਾ ਦਿੱਤਾ ਹੈ। ਜਦੋਂ ਭਗਤਾਂ ਦੀ ਬਾਣੀ ਸਤਿਗੁਰੂ ਨੇ ਲਿਖਵਾਈ ਉਸ ਵੇਲੇ ਉਹਨਾਂ ਭਗਤਾਂ ਵਿੱਚੋਂ ਪਹਿਲਾ ਦਰਜਾ ਭਗਤ ਕਬੀਰ ਜੀ ਨੂੰ ਬਖਸ਼ਿਸ਼ ਕੀਤਾ, ਕਿਉਂਕਿ ਭਗਤ ਕਬੀਰ ਜੀ ਸ਼੍ਰੋਮਣੀ ਭਗਤ ਹੋਏ ਹਨ। ਭਗਤ ਕਬੀਰ ਜੀ ਦੇ ਬਾਰੇ ਵਿਦਵਾਨਾਂ ਨੇ ਜੀਵਨ ਇਤਿਹਾਸ ਬਾਰੇ ਬਹੁਤ ਕੁਝ ਲਿਖਣ ਦਾ, ਜਾਣਨ ਦਾ ਯਤਨ ਕੀਤਾ, ਪਰ ਭਗਤ ਕਬੀਰ ਜੀ ਦੇ ਜੀਵਨ ਵਾਕਿਆਤ ਦੇ ਸੰਬੰਧ ਵਿੱਚ ਬਹੁਤਾ ਕੁਝ ਕਿਧਰੋਂ ਵੀ ਨਹੀਂ ਪ੍ਰਾਪਤ ਹੋ ਸਕਿਆ। ਹਾਂ, ਕੁਝ ਵਿਦਵਾਨਾਂ ਨੇ ਭਗਤ ਕਬੀਰ ਜੀ ਦੇ ਜਨਮ ਬਾਰੇ, ਉਹਨਾਂ ਦੇ ਜੀਵਨ ਇਤਿਹਾਸ ਬਾਰੇ ਕੁਝ ਚਾਨਣਾ ਪਾਇਆ ਹੈ। ਜਿਵੇਂ ਕਿ ਗਿਆਨੀ ਲਾਲ ਸਿੰਘ ਜੀ ਸੰਗਰੂਰ ਵਾਲੇ, ਔਰ ਉਹਨਾਂ ਨੇ ਗੁਰੂ ਬੰਸਾਵਲੀ ਦੇ ਨਾਲ ਨਾਲ ਉਹਨਾਂ ਭਗਤਾਂ ਮਹਾਂਪੁਰਖਾਂ ਦੀ ਜੀਵਨੀ ਵੀ ਲਿਖੀ। ਉਹਦੇ ਵਿੱਚ ਭਗਤ ਕਬੀਰ ਜੀ ਦੇ ਬਾਰੇ ਉਹਨਾਂ ਨੇ ਲਿਖਿਆ ਹੈ, 1455 ਸਾਲ ਗਏ, ਚੰਦਰਵਾਰ ਇੱਕ ਠਾਠ ਲਏ, ਜੇਠੀ ਸੁਦੀ ਬਰਸਾਇਤ ਕੇ ਪੂਰਨਮਾਸ਼ੀ ਪ੍ਰਗਟ ਭਏ। ਇਹ ਉਹਨਾਂ ਨੇ ਕੋਈ ਪੁਰਾਣਾ ਹਵਾਲਾ ਦਿੱਤਾ ਹੈ। ਭਗਤ ਕਬੀਰ ਜੀ ਦਾ ਜਨਮ 1455 ਬਿਕਰਮੀ ਸੰਮਤ ਨੂੰ ਸੋਮਵਾਰ ਅਤੇ ਜੇਠ ਸੁਦੀ ਇਕਾਦਸ਼ੀ ਨੂੰ ਪੂਰਨਮਾਸ਼ੀ ਦੇ ਦਿਨ ਹੋਇਆ। ਇਹ ਗਿਆਨੀ ਲਾਲ ਸਿੰਘ ਜੀ ਨੇ ਆਪਣੀ ਖੋਜ ਕਰਕੇ ਲਿਖਿਆ ਹੈ। ਕਿਸੇ ਹੋਰ ਵਿਦਵਾਨ ਨੇ ਵੀ ਭਗਤ ਕਬੀਰ ਜੀ ਦੇ ਬਾਰੇ ਕਬੀਰ ਕਸੌਟੀ ਇੱਕ ਗ੍ਰੰਥ ਲਿਖਿਆ ਹੈ। ਉਹਦੇ ਵਿੱਚ ਜ਼ਿਕਰ ਕੀਤਾ ਹੈ, ਕਾਂਸ਼ੀ ਮੈਂ ਪ੍ਰਗਟੇ ਦਾਸ ਕਹਾਏ, ਨੀਰੂ ਕੇ ਗ੍ਰਹਿ ਆਏ, ਰਾਮਾਨੰਦ ਕੇ ਸੇਸ਼ ਪਾਵ, ਸਾਗਰ ਪੰਥ ਚਲਾਏ। ਭਗਤ ਕਬੀਰ ਜੀ ਕਾਂਸ਼ੀ ਵਿੱਚ ਪ੍ਰਗਟ ਹੋਏ, ਆਪਣੇ ਆਪ ਨੂੰ ਦਾਸ ਅਖਵਾਇਆ ਅਤੇ ਨੀਰੂ ਉਹਨਾਂ ਦੇ ਪਿਤਾ ਦਾ ਨਾਮ ਸੀ, ਨੀਰੂ ਦੇ ਘਰ ਵਿੱਚ ਆਏ। ਰਾਮਾਨੰਦ ਜੀ ਦੇ ਸਿਸ਼ ਬਣੇ, ਭਵ ਸਾਗਰ ਪੰਥ ਚਲਾਏ। ਭਵ ਸਾਗਰ ਤੋਂ ਪਾਰ ਹੋਣ ਦੇ ਲਈ ਉਹਨਾਂ ਨੇ ਇੱਕ ਭਗਤੀ ਦਾ ਪੰਥ, ਭਗਤੀ ਦਾ ਮਾਰਗ ਸੰਸਾਰ ਦੇ ਵਿੱਚ ਚਲਾਉਣਾ ਕੀਤਾ ਹੈ। ਇਸੇ ਤਰ੍ਹਾਂ ਇੱਕ ਧਰਮਦਾਸ ਹੋਏ ਨੇ, ਉਹਨਾਂ ਨੇ ਵੀ ਕਬੀਰ ਜੀ ਦੀ ਜਨਮ ਸਾਖੀ ਲਿਖੀ ਹੈ। ਉਹਨਾਂ ਨੇ ਭਗਤ ਕਬੀਰ ਜੀ ਦੇ ਬਾਰੇ ਕੁਝ ਇਸ ਤਰ੍ਹਾਂ ਵਿਚਾਰ ਦਿੱਤੇ ਹਨ, 1455 ਮੈਂ ਭਾਈ, ਜੇਠ ਸੁਤੀ 15 ਸੁਖਦਾਈ, ਪ੍ਰਗਟੇ ਪ੍ਰਭੂ ਕਬੀਰ ਗੁਸਾਈ, ਕਲਯੁਗ ਜੀਵ ਤਰਾਵਣ ਆਈ। ਵੀ ਭਗਤ ਕਬੀਰ ਜੀ 1455 ਜੇਠ ਸੁਤੀ 15 ਨੂੰ ਪ੍ਰਗਟ ਹੋਏ। ਕਲਯੁਗ ਦੇ ਜੀਵਾਂ ਨੂੰ ਤਾਰਨ ਵਾਸਤੇ ਉਹਨਾਂ ਦਾ ਆਗਮਨ ਹੋਇਆ ਹੈ। ਫਿਰ ਉਹਨਾਂ ਦੇ ਚਲਾਣੇ ਦੇ ਬਾਰੇ ਵੀ ਉਹਨਾਂ ਲਿਖਿਆ ਹੈ, ਪੁਨः 1575 ਕੀਆ ਮਗਹਰ ਕੋ ਗਾਉਨ, ਮੱਘਰ ਸੁਦੀ ਇਕਾਦਸ਼ੀ ਮਿਲੀ ਪਾਉਨ में पाउन।
1675 1575 ਬਿਕਰਮੀ ਸੰਮਤ ਨੂੰ ਮਗਹਰ ਪਿੰਡ ਗੋਰਖਪੁਰ ਦੇ ਨੇੜੇ ਪੈ ਜਾਂਦਾ ਹੈ। ਉੱਥੇ ਭਗਤ ਕਬੀਰ ਜੀ ਜੋਤੀ ਜੋਤ ਸਮਾਏ। ਇਸ ਤਰ੍ਹਾਂ ਕੁਝ ਵਾਕਿਆਤ ਵਿਦਵਾਨਾਂ ਨੇ ਭਗਤ ਕਬੀਰ ਜੀ ਦੇ ਬਾਰੇ ਅੰਕਿਤ ਕੀਤੇ ਹਨ। ਕੁਝ ਲੋਕਾਂ ਨੇ ਭਗਤ ਕਬੀਰ ਜੀ ਦੇ ਬਾਰੇ ਗਲਤ ਅਫਵਾਹਾਂ ਵੀ ਜੋੜ ਦਿੱਤੀਆਂ। ਉਹ ਗਲਤ ਅਫਵਾਹਾਂ ਕੀ ਸਨ? ਬਈ ਕਹਿੰਦੇ ਨੇ ਭਗਤ ਕਬੀਰ ਜੀ ਕਿਸੇ ਵਿਧਵਾ ਜਾਂ ਕੁਆਰੀ ਬ੍ਰਾਹਮਣੀ ਦੇ ਪੁੱਤਰ ਸਨ। ਜਦੋਂ ਜਨਮ ਹੋਇਆ ਤਾਂ ਉਹਨਾਂ ਨੂੰ ਇੱਕ ਲਹਿਰੀ ਨਾਮ ਦਾ ਤਲਾ ਸੀ, ਕਿਸੇ ਕੱਪੜੇ ਵਿੱਚ ਲਪੇਟ ਕੇ ਉਹਨਾਂ ਨੂੰ ਉੱਥੇ ਸੁੱਟ ਗਏ। ਉੱਥੇ ਨੀਰੂ ਜੁਲਾਹਾ ਕੱਪੜੇ ਧੋਣ ਵਾਸਤੇ ਆਇਆ। ਉਸਨੇ ਉੱਥੇ ਇੱਕ ਬਾਲਕ ਪਿਆ ਦੇਖਿਆ ਤੇ ਉਹ ਚੁੱਕ ਕੇ ਆਪਣੇ ਘਰ ਲੈ ਆਇਆ। ਉਹਨਾਂ ਦੀ ਪਾਲਣਾ ਕੀਤੀ। ਉਹਨਾਂ ਦਾ ਨਾਮ ਕਬੀਰ ਭਗਤ ਲਿਖਿਆ। ਪਰ ਜਿੱਥੋਂ ਤੱਕ ਇਹ ਗੱਲਾਂ ਨੇ, ਇਹਨਾਂ ਦੇ ਪਿੱਛੇ ਇੱਕ ਬਹੁਤ ਡੂੰਘੀ ਸਾਜ਼ਿਸ਼ ਜਾਪਦੀ ਹੈ। ਭਗਤ ਕਬੀਰ ਜੀ ਵਰਗੇ ਮਹਾਂਪੁਰਖ, ਜਿਨ੍ਹਾਂ ਦੀ ਮਹਿਮਾ ਸਾਰੇ ਸੰਸਾਰ ਦੇ ਵਿੱਚ ਸੂਰਜ ਵਾਂਗ ਚਮਕ ਰਹੀ ਹੈ, ਔਰ ਉਹਨਾਂ ਨੂੰ ਨੀਵਾਂ ਦਿਖਾਉਣ ਦੇ ਲਈ ਕੁਝ ਲੋਕਾਂ ਨੇ ਇਹ ਸ਼ਰਾਰਤ ਭਰੀਆਂ ਗੱਲਾਂ ਵੀ ਲਿਖੀਆਂ ਬਈ ਭਗਤ ਕਬੀਰ ਜੀ ਵਿਧਵਾ ਦੇ ਪੁੱਤਰ ਸਨ। ਪਰ ਨਹੀਂ, ਭਗਤ ਕਬੀਰ ਜੀ ਨੇ ਆਪਣੇ ਮਾਤਾ ਪਿਤਾ ਤੇ ਕੁਲ ਦੇ ਬਾਰੇ ਆਪਣੀ ਬਾਣੀ ਵਿੱਚ ਖੁਦ ਲਿਖਿਆ ਹੈ। ਭਗਤ ਕਬੀਰ ਜੀ ਲਿਖਦੇ ਨੇ ਭਈ ਮੇਰੀ ਜਾਤ ਵਿੱਚ ਜਾ ਕੇ ਕੁਲ ਈਦ ਬਕਰੀਦ ਕੁਲ ਗਊਰੇ ਬੱਧ ਕਰਹਿ, ਮਾਨੀਐ ਸ਼ੇਖ ਸ਼ਹੀਦ ਪੀਰਾ, ਜਾਂ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ, ਤਿਹੁਰੇ ਲੋਕ ਪ੍ਰਸਿੱਧ ਕਬੀਰਾ। ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਸ ਮੁਸਲਮਾਨਾਂ ਦੀ ਕੁਲ ਵਿੱਚ ਮੈਂ ਪੈਦਾ ਹੋਇਆ ਸੀ, ਉਹਦੇ ਵਿੱਚ ਈਦ ਦੇ ਬਕਰੀਦ ਵਾਲੇ ਦਿਨ ਮੁਸਲਮਾਨ ਲੋਕ ਗਊਆਂ ਦਾ ਕਤਲ ਕਰਦੇ ਸਨ। ਹੁਣ ਵੀ ਮੁਸਲਮਾਨਾਂ ਦੇ ਵਿੱਚ ਇਹ ਰਿਵਾਜ ਪ੍ਰਚਲਿਤ ਨੇ। ਮੁਸਲਮਾਨੀ ਦੇਸ਼ਾਂ ਦੇ ਵਿੱਚ ਈਦ ਬਕਰੀਦ ਨੂੰ ਗਊਆਂ ਦਾ ਕਤਲ ਕੀਤਾ ਜਾਂਦਾ ਹੈ। ਭਗਤ ਕਬੀਰ ਜੀ ਕਹਿੰਦੇ ਨੇ ਮੈਂ ਵੀ ਉਸੇ ਮੁਸਲਮਾਨਾਂ ਦੀ ਕੁਲ ਦੇ ਵਿੱਚ ਪੈਦਾ ਹੋਇਆ ਸੀ। ਇੱਥੋਂ ਸਪਸ਼ਟ ਹੈ ਭਗਤ ਕਬੀਰ ਜੀ ਮੁਸਲਮਾਨ ਘਰਾਣੇ ਵਿੱਚ ਹੀ ਪੈਦਾ ਹੋਏ। ਬਾਕੀ ਜਿਹੜੀਆਂ ਗੱਲਾਂ ਨੇ ਉਹ ਸਾਰੀਆਂ ਅਫਵਾਹਾਂ ਨੇ, ਜਾਂ ਉਹਨਾਂ ਨੂੰ ਨੀਵਾਂ ਦਿਖਾਉਣ ਦੇ ਲਈ ਕੁਝ ਜਿਹੜੇ ਉਸ ਵੇਲੇ ਬ੍ਰਾਹਮਣੀ ਸਮਾਜ ਨਾਲ ਸੰਬੰਧ ਰੱਖਣ ਵਾਲੇ ਲੋਕ ਸਨ, ਉਹਨਾਂ ਨੇ ਪ੍ਰਚਲਿਤ ਕੀਤੀਆਂ ਵੀ ਭਗਤ ਕਬੀਰ ਜੀ ਕਿਸੇ ਵਿਧਵਾ ਬ੍ਰਾਹਮਣੀ ਦੇ ਪੁੱਤਰ ਸਨ। ਉਹਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ, ਉਹਦੇ ਬਾਰੇ ਵੀ ਸਾਡੇ ਗੁਰਸਿੱਖ ਵਿਦਵਾਨਾਂ ਨੇ ਇਹ ਗੱਲ ਆਖੀ ਹੈ। ਬ੍ਰਾਹਮਣ ਲੋਕ ਇਹ ਚਾਹੁੰਦੇ ਸਨ ਕਿ ਦੁਨੀਆ ਦੇ ਵਿੱਚ ਕੋਈ ਵੀ ਵੱਡਾ ਅਵਤਾਰ, ਕੋਈ ਮਹਾਂਪੁਰਖ, ਕੋਈ ਰਹਿਬਰ, ਕੋਈ ਅਵਤਾਰ, ਕੋਈ ਧਰਮ ਦਾ ਪ੍ਰਚਾਰਕ ਹੋਇਆ ਹੋਵੇ, ਵੀ ਉਹਦੇ ਵਿੱਚ ਆਪਣਾ ਹੱਥ ਉੱਪਰ ਰੱਖਣ ਦੇ ਵਾਸਤੇ ਉਹ ਬ੍ਰਾਹਮਣੀ ਹੋ ਸਕਦਾ। ਇਹੋ ਜਿਹੀਆਂ ਬਨਾਵਟੀ ਸਾਖੀਆਂ ਉਹਨਾਂ ਨੇ ਘੜ ਦਿੱਤੀਆਂ। ਵੈਸੇ ਭਗਤ ਕਬੀਰ ਜੀ ਨੀਰੂ ਦੇ ਘਰ ਤੇ ਨੀਮਾ ਉਸਦੀ ਪਤਨੀ ਦਾ ਨਾਮ ਜਾਂ ਨੀਰਾ ਵੀ ਲਿਖਿਆ, ਉਹਨਾਂ ਦੇ ਘਰੇ ਹੀ ਉਹਨਾਂ ਨੇ ਜਨਮ ਲਿਆ ਹੈ। ਔਰ ਉਹਨਾਂ ਦੀ ਤਕਰੀਬਨ 120 ਸਾਲ ਦੇ ਲਗਭਗ ਉਮਰ ਹੋਈ ਹੈ। ਔਰ ਭਗਤ ਕਬੀਰ ਜੀ ਦੇ ਬਾਰੇ ਇਹ ਵੀ ਲਿਖਿਆ ਮਿਲਦਾ ਹੈ ਭਗਤ ਕਬੀਰ ਜੀ ਨੂੰ ਮੁਸਲਮਾਨਾਂ ਦੇ ਧਰਮ ਤੋਂ ਕੁਛ ਨਫ਼ਰਤ ਹੋ ਗਈ ਔਰ ਉਹਨਾਂ ਨੇ ਸਵਾਮੀ ਰਾਮਾਨੰਦ ਜੀ ਦੇ ਪਾਸ ਜਾ ਕੇ ਦੀਖਿਆ ਮੰਤਰ ਲੈਣ ਵਾਸਤੇ ਬੇਨਤੀ ਕੀਤੀ। ਜਿਹੜੇ ਕੱਟੜ ਬ੍ਰਾਹਮਣ ਲੋਕ ਸਨ ਉਹਨਾਂ ਨੇ ਰਾਮਾਨੰਦ ਜੀ ਨੂੰ ਵਾਰਨਿੰਗ ਦਿੱਤੀ, ਜੇ ਤੁਸੀਂ ਇਸ ਮਲੇਸ਼ ਨੂੰ, ਇਸ ਮੁਸਲਮਾਨ ਨੂੰ ਦੀਖਿਆ ਦਿੱਤੀ ਤਾਂ ਸ਼ਾਸਤਰ ਮਰਜ਼ਾਦਾ ਭੰਗ ਹੋ ਸਕਦੀ ਹੈ। ਉਹਨਾਂ ਨੇ ਮਨਾ ਕਰ ਦਿੱਤਾ। ਫਿਰ ਜਦੋਂ ਮਨਾ ਕਰ ਦਿੱਤਾ ਉਸ ਤੋਂ ਬਾਅਦ ਭਗਤ ਕਬੀਰ ਜੀ ਦੇ ਮਨ ਦੇ ਵਿੱਚ ਵਾਹਿਗੁਰੂ ਦੀ ਭਗਤੀ ਦਾ, ਮਿਲਣ ਦਾ ਚਾਉ ਤੇ ਉਮਾ ਪੈਦਾ ਹੋ ਰਿਹਾ ਸੀ। ਉਹਨਾਂ ਸੋਚਿਆ
ਹੁਣ ਮੈਂ ਰਾਮਾਨੰਦ ਜੀ ਨੂੰ ਕਿਵੇਂ ਗੁਰੂ ਧਾਰਨ ਕਰਾਂ। ਫਿਰ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਜੋ ਰਸਤਾ ਮਿਲਿਆ ਉਹ ਇਹ ਸੀ। ਸਵਾਮੀ ਰਾਮਾਨੰਦ ਜੀ ਅੰਮ੍ਰਿਤ ਵੇਲੇ ਉੱਠ ਕੇ ਹਨੇਰੇ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਸਨ ਤੇ ਭਗਤ ਕਬੀਰ ਜੀ ਉਸ ਗੰਗਾ ਦੇ ਘਾਟ ਤੇ ਜਾ ਕੇ ਸੌਂ ਗਏ। ਜਿੱਥੋਂ ਦੀ ਉਹ ਜਾਂਦੇ ਸਨ ਰਸਤੇ ਦੇ ਵਿੱਚ ਹੀ ਲੇਟ ਗਏ। ਰਾਮਾਨੰਦ ਜੀ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਗਏ ਤਾਂ ਉਸ ਵੇਲੇ ਭਗਤ ਕਬੀਰ ਜੀ ਨੂੰ ਆ ਕੇ ਠੇਡਾ ਲੱਗਿਆ। ਜਦੋਂ ਭਗਤ ਕਬੀਰ ਜੀ ਨੂੰ ਠੇਡਾ ਲੱਗਿਆ, ਹਾਲੇ ਉਹਨਾਂ ਦੀ ਬਾਲ ਅਵਸਥਾ ਹੀ ਸੀ, ਉਹਨਾਂ ਨੇ ਰੋਣਾ ਸ਼ੁਰੂ ਕਰ ਦਿੱਤਾ। ਹੁਣ ਸੁੱਤੇ ਪਏ ਬੱਚੇ ਦੇ ਕੋਈ ਲੱਤ ਮਾਰੇ, ਕੋਈ ਪੈਰ ਮਾਰੇ, ਬੱਚੇ ਰੋਣ ਲੱਗ ਜਾਂਦੇ ਨੇ। ਜਦੋਂ ਰੋਣ ਲੱਗ ਪਏ ਤਾਂ ਉਸ ਵੇਲੇ ਰਾਮਾਨੰਦ ਜੀ ਦਇਆ ਵਿੱਚ ਆਏ ਔਰ ਉਹਨਾਂ ਨੇ ਭਗਤ ਕਬੀਰ ਜੀ ਦਾ ਸਿਰ ਪੁਲਸਿਆ, ਦਿਲਾਸਾ ਦਿੱਤਾ ਤੇ ਆਪਣੀ ਗਲਵਕੜੀ ਵਿੱਚ ਲੈ ਕੇ ਕਹਿਣ ਲੱਗੇ, ਰਾਮ ਕੇ ਰਾਮ ਕਹੋ, ਵੀ ਰੋਣ ਦਾ ਸਮਾਂ ਨਹੀਂ, ਰਾਮ ਰਾਮ ਜਪੋ। ਮਹਾਂਪੁਰਖ ਹੀ ਸਿੱਖਿਆ ਦੇ ਸਕਦੇ ਹਨ। ਇਸ ਘਟਨਾ ਦੇ ਬਾਰੇ ਭਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਲਿਖਿਆ ਹੈ। ਹੋਏ ਬਰਖਤ ਬਨਾਰਸੀ, ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈਂ, ਅੱਗੋਂ ਹੀ ਦੇ ਜਾਏ ਕੈ ਲੰਮਾ ਪਿਆ ਕਬੀਰ ਤਥਾਈ, ਪੈਰੀਂ ਟੁੰਬ ਉਠਾਲਿਆ, ਬੋਲੋ ਰਾਮ ਸਿੱਖ ਸਮਝਾਈ। ਸਵਾਮੀ ਰਾਮਾਨੰਦ ਜੀ ਨੇ ਜਦੋਂ ਪੈਰ ਵੱਜਿਆ ਤੇ ਉਸ ਵੇਲੇ ਉਹਨਾਂ ਨੂੰ ਖੜਾ ਕੀਤਾ, ਸਿਰ ਤੇ ਹੱਥ ਫੇਰਿਆ, ਦਿਲਾਸਾ ਦਿੱਤਾ ਤੇ ਕਹਿਣ ਲੱਗੇ, ਰਾਮ ਕੇ ਰਾਮ ਕਹੋ, ਬੋਲੋ ਰਾਮ ਸਿੱਖ ਸਮਝਾਈ। ਕਬੀਰ ਭਗਤ ਜੀ ਨੇ ਸੋਚਿਆ ਵੀ ਸਾਨੂੰ ਹੁਣ ਇਹ ਸਿੱਖਿਆ ਮਿਲ ਗਈ ਹੈ, ਸਾਨੂੰ ਗੁਰਮੰਤਰ ਮਿਲ ਗਿਆ ਹੈ। ਇਸ ਲਈ ਭਗਤ ਕਬੀਰ ਜੀ ਰਾਮਾਨੰਦ ਜੀ ਦੇ ਸਿੱਖ ਸੰਸਾਰ ਦੇ ਵਿੱਚ ਪ੍ਰਸਿੱਧ ਹੋਏ। ਸਰਗੁਣ ਦੀ ਭਗਤੀ, ਸਰਗੁਣ ਦੀ ਉਪਾਸਨਾ ਸਵਾਮੀ ਰਾਮਾਨੰਦ ਜੀ ਤੋਂ ਉਹਨਾਂ ਸਿੱਖੀ ਤੇ ਕਾਫੀ ਸਮਾਂ ਉਹ ਸਰਗੁਣ ਦੀ ਭਗਤੀ ਕਰਦੇ ਰਹੇ। ਮੂਰਤੀ ਪੂਜਾ ਦੇ ਵਿੱਚ ਆਪਣਾ ਕਾਫੀ ਸਮਾਂ ਗੁਜ਼ਾਰਿਆ, ਪਰ ਫਿਰ ਉਹਨਾਂ ਦਾ ਉੱਥੇ ਮਨ ਕੁਛ ਉਚਾਟ ਹੋਣ ਲੱਗਿਆ। ਅਸਲੀ ਵਾਹਿਗੁਰੂ ਦੇ ਦਰਸ਼ਨਾਂ ਦੀ ਸਿੱਖ ਪੈਦਾ ਹੋਈ। ਇਤਿਹਾਸ ਦੱਸਦਾ ਹੈ, ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ 1463 ਬਿਕਰਮੀ ਨੂੰ ਬਨਾਰਸ ਵਿੱਚ ਗਏ ਹਨ ਔਰ ਉੱਥੇ ਭਗਤ ਕਬੀਰ ਜੀ ਦੇ ਨਾਲ ਤੇ ਬਾਕੀ ਜਿਹੜੇ ਹੋਰ ਵੈਸ਼ਨਵ ਸੰਪਰਦਾਇ ਦੇ ਭਗਤ ਸਨ ਉਹਨਾਂ ਦੇ ਨਾਲ ਮਿਲਾਪ ਹੋਇਆ ਤੇ ਆਪਸ ਵਿੱਚ ਪ੍ਰੇਮ ਚਰਚਾ ਵੀ ਹੋਈ। ਉਹਨਾਂ ਨੇ ਜੋ ਆਪਣੀ ਬਾਣੀ ਸੀ ਉਹ ਸਤਿਗੁਰੂ ਮਹਾਰਾਜ ਨੂੰ ਸੁਣਾਈ। ਜਿਹੜੀ ਸਤਿਗੁਰੂ ਦੀ ਬਾਣੀ ਸੀ, ਸਤਿਗੁਰੂ ਦੇ ਮੁਖਾਰਬਿੰਦ ਤੋਂ ਸੁਣੀ ਤਾਂ ਇਹਨਾਂ ਦੇ ਸਾਰੇ ਭਰਮ ਭੁਲੇਖੇ ਦੂਰ ਹੋਏ ਕਿ ਜਿੰਨੇ ਵੀ ਭਗਤ ਸਨ ਸਰਗੁਣ ਦੀ ਉਪਾਸਨਾ ਤੋਂ ਹਟ ਕੇ ਤੇ ਫਿਰ ਨਿਰਗੁਣ ਸਰੂਪ ਦੀ ਭਗਤੀ ਕਰਨ ਲੱਗ ਪਏ ਤੇ ਫਿਰ ਇਹਨਾਂ ਨੂੰ ਅਸਲੀ ਬ੍ਰਹਮ ਗਿਆਨ ਦੀ ਅਵਸਥਾ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੋਈ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਵੀ ਪੰਚਕੋਸ਼ੀ ਅਸਥਾਨ ਹੈ ਕਾਂਸ਼ੀ ਦੇ ਵਿੱਚ, ਉੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਭਗਤ ਕਬੀਰ ਜੀ ਦੇ ਨਾਲ ਮਿਲਾਪ ਹੋਇਆ। ਕਈ ਉਹਨਾਂ ਦੇ ਸਮਕਾਲੀ ਦੂਸਰੇ ਵੀ ਸਿੱਖ ਸਨ, ਭਗਤ ਸਨ ਜਿਨ੍ਹਾਂ ਦਾ ਸਤਿਗੁਰੂ ਦੇ ਨਾਲ ਮਿਲਾਪ ਹੋਇਆ। ਗਿਆਨੀ ਗਿਆਨ ਸਿੰਘ ਜੀ ਤਵਾਰੀ ਗੁਰੂ ਖਾਲਸਾ ਦੇ ਸਿਰਜਣਹਾਰ, ਉਹਨਾਂ ਨੇ ਲਿਖਿਆ ਹੈ ਕਿ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਾਂਸ਼ੀ ਵਿੱਚ ਗਏ ਉਸ ਵੇਲੇ ਭਗਤ ਕਬੀਰ ਜੀ ਕਾਂਸ਼ੀ ਵਿੱਚ ਹਾਜ਼ਰ ਨਹੀਂ ਸਨ। ਉਹਨਾਂ ਨੇ ਇਹ ਲਿਖਿਆ ਹੈ, ਇੱਕ ਉਹਨਾਂ ਦਾ ਸੇਵਕ ਸੀ ਮੁਸਲਮਾਨ ਨਵਾਬ ਬਿਜਲੀ ਖਾਂ, ਇਹ ਰਘੂਨਾਥਪੁਰੇ ਦਾ ਨਵਾਬ ਸੀ। ਇਹਨੇ ਭਗਤ ਕਬੀਰ ਜੀ ਨੂੰ ਬੇਨਤੀ ਕੀਤੀ। ਭਗਤ ਕਬੀਰ ਜੀ ਇਹਨੂੰ ਮਿਲਣ ਵਾਸਤੇ ਗਏ ਹੋਏ ਸਨ
ਤੇ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਾਂਸ਼ੀ ਵਿੱਚ ਆਏ, ਭਗਤ ਕਬੀਰ ਜੀ ਦੇ ਜਿਹੜੇ ਸ਼ਰਧਾਲੂ ਸੇਵਾਦਾਰ ਸਨ ਉਹਨਾਂ ਨੂੰ ਭਗਤ ਜੀ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਵੀ ਉਹ ਤਾਂ ਰਘੂਨਾਥਪੁਰੇ ਗਏ ਹੋਏ ਨੇ, ਥੋੜ੍ਹੇ ਸਮੇਂ ਦੇ ਵਿੱਚ ਆਉਣ ਵਾਲੇ ਹੀ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਾਂਸ਼ੀ ਤੋਂ ਚੱਲ ਪਏ। ਉਧਰੋਂ ਭਗਤ ਕਬੀਰ ਜੀ ਰਘੂਨਾਥਪੁਰੇ ਤੋਂ ਚੱਲ ਪਏ। ਇੱਕ ਰਸਤੇ ਦੇ ਵਿੱਚ ਪਿੰਡ ਪੈਂਦਾ ਸੀ, ਉਹਦੇ ਬਾਰੇ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ, ਪੂਸਾ ਨਾਮ ਦਾ ਪਿੰਡ ਹੈ। ਪੂਸਾ, ਉਸ ਪੂਸਾ ਨਾਮ ਦੇ ਪਿੰਡ ਵਿੱਚ 27 ਅੱਸੂ 1463 ਬਿਕਰਮੀ ਨੂੰ ਭਗਤ ਕਬੀਰ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਮਿਲਾਪ ਹੋਇਆ ਔਰ ਉੱਥੇ ਆਪਸ ਵਿੱਚ ਬੈਠ ਕੇ ਬਹੁਤ ਡੂੰਘੀਆਂ ਅਧਿਆਤਮਕ, ਧਾਰਮਿਕ, ਸਮਾਜਿਕ ਵਿਚਾਰਾਂ ਹੋਈਆਂ ਤੇ ਭਗਤ ਕਬੀਰ ਜੀ ਨੇ ਉਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲ ਕੇ ਬੜੀ ਖੁਸ਼ੀ ਜ਼ਾਹਰ ਕੀਤੀ। ਮਹਾਂਪੁਰਖ ਤਾਂ ਇਹ ਵੀ ਦੱਸਦੇ ਸਨ ਬਈ 2 ਵਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਾਂਸ਼ੀ ਵਿੱਚ ਗਏ ਤੇ ਦੋਨੇ ਵਾਰ ਹੀ ਇਹਨਾਂ ਭਗਤਾਂ ਦੇ ਨਾਲ ਮਿਲਾਪ ਹੁੰਦਾ ਰਿਹਾ ਹੈ। ਇਸ ਤਰ੍ਹਾਂ ਦੀਆਂ ਕੁਝ ਵਿਚਾਰਾਂ ਭਗਤ ਕਬੀਰ ਜੀ ਦੇ ਬਾਰੇ ਮਹਾਂਪੁਰਖ ਦੱਸਦੇ ਸਨ। ਸੋ ਰਹੋ ਵਿਚਾਰ। ਹੁਣ ਅੱਗੇ ਭਗਤ ਬਾਣੀ ਆਰੰਭ ਹੋ ਰਹੀ ਹੈ। ਆਪ ਸੰਗਤਾਂ ਉਹਦੀ ਵਿਚਾਰ ਸੁਣੋ। ਰਾਗ ਗੌੜੀ ਭਗਤਾਂ ਕੀ ਬਾਣੀ। ਰਾਗ ਗੌੜੀ ਵਿੱਚ ਭਗਤਾਂ ਦੀ ਬਾਣੀ ਜੋ ਲਿਖੀ ਹੋਈ ਹੈ ਉਹ ਆਰੰਭ ਹੋ ਰਹੀ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਇਹ ਜਿਹੜਾ ਮੰਗਲਾਚਰਨ ਇੱਥੇ ਸਤਿਗੁਰੂ ਨੇ ਲਿਖਿਆ ਹੈ, ਕਿਉਂਕਿ ਬਾਣੀ ਦੇ ਕਰਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਸਾਰੇ ਸਤਿਗੁਰੂ ਸਾਹਿਬਾਨ ਦੀ ਬਾਣੀ ਵੀ, ਭਗਤਾਂ ਦੀ ਬਾਣੀ ਵੀ ਸਤਿਗੁਰੂ ਮਹਾਰਾਜ ਨੇ ਆਪ ਹੀ ਲਿਖਵਾਈ ਹੈ। ਤਰਤੀਬ ਵੀ ਆਪ ਦਿੱਤੀ ਹੈ, ਮੰਗਲਾਚਰਨ ਵੀ ਆਪ ਲਿਖੇ, ਹੈਡਿੰਗ ਵੀ ਆਪ ਲਿਖੇ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਇਹ ਜਿਹੜਾ ਮੰਗਲਾਚਰਨ ਦਾ ਸਰੂਪ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 9 ਵਾਰ ਇਹਦੇ ਦਰਸ਼ਨ ਹੁੰਦੇ ਨੇ। ਇਹ ਸੰਖੇਪ ਨਾਲੋਂ ਕੁਛ ਵੱਡਾ ਤੇ ਪੂਰੇ ਮੰਗਲਾਚਰਨ ਨਾਲੋਂ ਕੁਛ ਛੋਟਾ ਹੈ। ਇੱਕ ਓੰਕਾਰ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਨਾਮ ਪ੍ਰਸਿੱਧ, ਕਰਤਾ ਸਿਰਜਣਹਾਰ ਤੇ ਪੁਰਖ ਵਿਆਪਕ ਸਰੂਪ। ਮਿਲਦਾ ਕਿਵੇਂ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ। ਗੁਰੂ ਦੀ ਕਿਰਪਾ ਕਿਵੇਂ ਹੁੰਦੀ ਹੈ? ਗੁਰੂ ਦੀ ਆਗਿਆ ਮੰਨ ਕੇ, ਗੁਰੂ ਦਾ ਹੁਕਮ ਮੰਨ ਕੇ ਗੁਰੂ ਦੀ ਪ੍ਰਸੰਨਤਾ ਹੁੰਦੀ ਹੈ। ਅੱਗੇ ਹਜ਼ੂਰ ਲਿਖਦੇ ਨੇ, ਗੌੜੀ ਗੁਆਰੇਰੀ ਸ਼੍ਰੀ ਕਬੀਰ ਜੀਓ ਕੇ ਚੌਪ ਦੇ 14। ਅੱਗੇ ਗੌੜੀ ਰਾਗ ਦੀ ਗੁਆਰੇਰੀ ਜਾਤੀ ਵਿੱਚ ਸ਼੍ਰੀ ਕਬੀਰ ਭਗਤ ਜੀ ਦੇ ਚੌਪ ਦੇ 4-4 ਪਦਿਆਂ ਵਾਲੇ, 4-4 ਪੌੜੀਆਂ ਵਾਲੇ 14 ਸ਼ਬਦ ਆ ਰਹੇ ਨੇ। ਨਾਲ ਗਿਣਤੀ ਪਹਿਲਾਂ ਹੀ ਲਿਖ ਦਿੱਤੀ ਵੀ 14 ਚੌਪ ਦੇ ਸ਼ਬਦ ਭਗਤ ਕਬੀਰ ਜੀ ਦੇ ਆ ਰਹੇ ਹਨ। ਭਗਤ ਕਬੀਰ ਜੀ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਦੇ ਬਾਰੇ ਮਹਾਂਪੁਰਖੇ ਵਿਚਾਰ ਦੱਸਦੇ ਸਨ। ਜਦੋਂ ਭਗਤ ਕਬੀਰ ਜੀ ਨੇ ਸੰਸਾਰ ਵੱਲ ਨਜ਼ਰ ਮਾਰੀ ਤਾਂ ਕੀ ਵਿਖਿਆ ਹੈ? ਗੁੱਜੀ ਪਾਹੇ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਵੀ ਸਾਰਾ ਸੰਸਾਰ ਕਿਸੇ ਗੁੱਜੀ ਅੱਗ ਵਿੱਚ ਸੜ ਰਿਹਾ ਹੈ। ਫਰੀਦਾ ਮੈਂ ਜਾਣਿਆ ਦੁਖ ਮੁਝ ਕੂ, ਦੁਖ ਸਬਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਉਹ ਅੱਗ ਕਿਹੜੀ ਹੈ? ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਹੰਕਾਰ ਦੀ ਅੱਗ ਹੈ, ਮੋਹ ਦੀ ਅੱਗ ਹੈ, ਲੋਭ ਦੀ ਅੱਗ ਹੈ, ਕ੍ਰੋਧ ਦੀ ਅੱਗ ਹੈ। 4 ਅੱਗ ਦੀਆਂ ਨਦੀਆਂ ਨੇ। ਸਾਰਾ ਸੰਸਾਰ ਹੀ ਸੜ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਵੀ ਇਸ ਜਗਤ ਜਲੰਦੇ ਲਈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਵੀ ਕੀਤੀ ਹੈ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰੈ ਤਿਤੈ ਲਹਿ ਉਬਾਰ। ਇਸ ਸੰਸਾਰ ਦੀ ਹਾਲਤ ਸੱਚਮੁੱਚ ਇਸ ਤਰ੍ਹਾਂ ਹੀ ਹੈ
ਕਿਸੇ ਗੁੱਝੀ ਅੱਗ ਵਿੱਚ ਹਰ ਇੱਕ ਦਾ ਮਨ ਸੜ ਰਿਹਾ ਹੈ। ਭਗਤ ਕਬੀਰ ਜੀ ਹੁਣ ਆਪਣੀ ਪ੍ਰਾਪਤੀ ਬਾਰੇ ਦਰਸਾਉਣ ਲੱਗੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਬ ਮੋਹਿ ਜਲ ਤੇ ਰਾਮ ਜਲ ਪਾਇਆ। ਭਗਤ ਕਬੀਰ ਜੀ ਜੋ ਨਿਜ ਦਾ ਤਜਰਬਾ ਹੈ, ਜਿਵੇਂ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਈ ਹੈ, ਉਹਦਾ ਜ਼ਿਕਰ ਕਰ ਰਹੇ ਹਨ। ਜਲਤ, ਪਹਿਲਾਂ ਮੈਂ ਵੀ ਕਿਸੇ ਅੱਗ ਵਿੱਚ ਸੜ ਰਿਹਾ ਸੀ। ਉਹ ਤ੍ਰਿਸ਼ਨਾ ਦੀ ਅੱਗ ਹੈ, ਹੰਕਾਰ ਦੀ ਅੱਗ ਹੈ, ਵਿਸ਼ੇ ਵਿਕਾਰਾਂ ਦੀ ਅੱਗ ਹੈ। ਮੈਂ ਵੀ ਸੜ ਰਿਹਾ ਸੀ। ਜਿੱਥੇ ਬਾਕੀ ਦੁਨੀਆ ਸੜ ਰਹੀ ਸੀ, ਮੈਂ ਵੀ ਉਸੇ ਅੱਗ ਵਿੱਚ ਸੜ ਰਿਹਾ ਸੀ। ਅਬ ਮੋਹਿ ਜਲ ਤੇ ਰਾਮ ਜਲ ਪਾਇਆ। ਪਰ ਹੁਣ ਮੈਂ ਇਸ ਵੇਲੇ ਉਸ ਅੱਗ ਤੋਂ ਬਚਣ ਦੇ ਲਈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਜਲ ਨੂੰ ਪ੍ਰਾਪਤ ਕਰ ਲਿਆ। ਕਿਉਂਕਿ ਅੱਗ ਨੂੰ ਬੁਝਾਉਣ ਦਾ ਇੱਕੋ ਹੀ ਫਾਰਮੂਲਾ ਹੈ, ਅੱਗ ਤੇ ਪਾਣੀ ਪਾ ਦਿਓ, ਅੱਗ ਬੁਝ ਜਾਂਦੀ ਹੈ। ਮੈਂ ਅੱਗ ਵਿੱਚ ਸੜ ਰਿਹਾ ਸੀ। ਮੇਰੇ ਤੇ ਗੁਰੂ ਦੀ ਮਿਹਰ ਹੋਈ ਹੈ, ਮੇਰੇ ਤੇ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਈ ਹੈ। ਮੈਂ ਹੁਣ ਸੜਦੇ ਹੋਏ ਨੇ ਵਾਹਿਗੁਰੂ ਦੇ ਅੰਮ੍ਰਿਤ ਨਾਮ ਜਲ ਨੂੰ ਪ੍ਰਾਪਤ ਕਰ ਲਿਆ ਹੈ। ਰਾਮ ਉਦਕ ਤਨ ਜਲ ਤੇ ਬੁਝਾਇਆ। ਸਾਹਿਬ ਸਤਿਗੁਰੂ ਭਗਤ ਕਬੀਰ ਜੀ ਫਰਮਾਉਂਦੇ ਹਨ, ਰਾਮ ਉਦਕ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਉਦਕ ਦਾ ਅਰਥ ਹੈ ਜਲ। ਉਦਕ ਦਾ ਅਰਥ ਹੈ ਪਾਣੀ। ਰਾਮ ਉਦਕ ਉਸ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਜਲ ਨੇ ਤਨ ਜਲ ਤੋਂ ਬੁਝਾਇਆ। ਮੇਰਾ ਤਨ ਸਰੀਰ ਸੜ ਰਿਹਾ ਸੀ, ਬਾਹਰੋਂ ਵੀ ਅੰਦਰੋਂ ਵੀ ਸੜ ਰਿਹਾ ਸੀ, ਪਰ ਵਾਹਿਗੁਰੂ ਦੇ ਨਾਮ ਰੂਪੀ ਜਲ ਨੇ ਇਹ ਸੜਦੇ ਹੋਏ ਤਨ ਨੂੰ ਬੁਝਾ ਦਿੱਤਾ। ਇਹਦਾ ਮਤਲਬ ਜਿਸ ਤ੍ਰਿਸ਼ਨਾ ਦੀ, ਪਾਪਾਂ ਦੀ, ਵਿਕਾਰਾਂ ਦੀ ਅੱਗ ਨਾਲ ਮੇਰਾ ਤਨ ਤੇ ਮਨ ਸੜ ਰਿਹਾ ਸੀ, ਵਾਹਿਗੁਰੂ ਦੇ ਨਾਮ ਨੇ ਉਸ ਅੱਗ ਨੂੰ ਬੁਝਾ ਦਿੱਤਾ, ਸ਼ਾਂਤ ਕਰ ਦਿੱਤਾ। ਰਹਾਉ। ਵਿਸਰਾਮ ਦੇ ਕੇ ਭਗਤ ਕਬੀਰ ਜੀ ਅੱਗੇ ਫਰਮਾਉਂਦੇ ਹਨ, ਮਨ ਮਾਰਨ ਕਾਰਨ ਬਨ ਜਾਈਐ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਦੇਖ ਲੋ ਜਿਹੜੇ ਪੁਰਾਣੇ ਰਿਸ਼ੀ ਮੁਨੀ ਸਾਧੂ ਸੰਨਿਆਸੀ ਸਨ, ਉਹਨਾਂ ਨੇ ਇੱਕ ਐਸਾ ਫਾਰਮੂਲਾ ਤਿਆਰ ਕੀਤਾ ਸੀ। ਉਹ ਕਹਿੰਦੇ ਨੇ ਮਨੁੱਖ ਨੂੰ 25 ਸਾਲ ਤੱਕ ਬ੍ਰਹਮਚਰਜ ਰੱਖਣਾ ਚਾਹੀਦਾ ਹੈ, 25 ਤੋਂ 50 ਸਾਲ ਤੱਕ ਗ੍ਰਸਥ ਜੀਵਨ ਧਾਰਨ ਕਰਨਾ ਚਾਹੀਦਾ ਹੈ, 50 ਤੋਂ 75 ਸਾਲ ਤੱਕ ਬਾਣਪ੍ਰਸਥ ਹੋਣਾ ਚਾਹੀਦਾ ਹੈ, 75 ਤੋਂ ਅੱਗੇ 25 ਸਾਲ 100 ਸਾਲ ਦੀ ਉਮਰ ਤੱਕ ਸੰਨਿਆਸ ਲੈਣਾ ਚਾਹੀਦਾ ਹੈ। ਇਸ ਲਈ ਉਹਨਾਂ ਦੀ ਦਿੱਤੀ ਸਿੱਖਿਆ ਅਨੁਸਾਰ ਜਿੰਨੇ ਵੀ ਲੋਕ ਸਨ, ਮਨ ਮਾਰਨ ਕਾਰਨ ਬਣ ਜਾਈਏ। ਉਹ ਆਪਣੇ ਮਨ ਨੂੰ ਮਾਰਨ ਵਾਸਤੇ, ਭਾਵ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਸ਼ਾਂਤ ਕਰਨ ਵਾਸਤੇ ਜੰਗਲਾਂ ਦੇ ਵਿੱਚ ਜਾਂਦੇ ਸਨ। ਬਈ ਜੰਗਲਾਂ ਦੇ ਵਿੱਚ ਜਾ ਕੇ ਅਸੀਂ ਆਪਣੇ ਮਨ ਨੂੰ ਮਾਰ ਸਕਦੇ ਹਾਂ, ਮਨ ਦੇ ਸੰਕਲਪਾਂ ਵਿਕਲਪਾਂ ਨੂੰ ਸ਼ਾਂਤ ਕਰ ਸਕਦੇ ਹਾਂ। ਸੋ ਜਲ ਬਿਨ ਭਗਵੰਤ ਨਾ ਪਾਈਐ। ਪਰ ਭਗਤ ਕਬੀਰ ਜੀ ਕਹਿੰਦੇ ਨੇ, ਉਹ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਅੰਮ੍ਰਿਤ ਜਲ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਪ੍ਰਾਪਤ ਹੋ ਸਕਦਾ। ਭਾਵੇਂ ਠੀਕ ਹੈ ਕੋਈ ਘਰ-ਬਾਰ ਛੱਡ ਕੇ ਜੰਗਲਾਂ ਦੇ ਵਿੱਚ ਵੀ ਚਲਿਆ ਜਾਵੇ, ਉੱਥੇ ਜਾ ਕੇ ਵੀ ਤਪੱਸਿਆ ਕਰਨੀ ਸ਼ੁਰੂ ਕਰ ਦੇਵੇ, ਪਰ ਉਹਨੂੰ ਵੀ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਅੰਮ੍ਰਿਤ ਨਾਮ ਦਾ ਜਲ ਨਹੀਂ ਪ੍ਰਾਪਤ ਹੋ ਸਕਦਾ, ਜਿਹਦੇ ਨਾਲ ਮਨ ਨੂੰ ਸ਼ਾਂਤੀ ਆਉਣੀ ਹੈ। ਉਹ ਤੇ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ। ਇਸੇ ਲਈ ਲੋਕ ਪਰੋਂ ਭੁਲੇਖੇ ਦਾ ਸ਼ਿਕਾਰ ਹੋ ਕੇ ਮਨ ਨੂੰ ਮਾਰਨ ਦੇ ਲਈ ਜੰਗਲਾਂ ਵਿੱਚ ਚਲੇ ਜਾਂਦੇ ਸਨ, ਔਰ ਉੱਥੇ ਜਾ ਕੇ ਵੀ ਉਹਨਾਂ ਦਾ ਮਨ ਕਾਬੂ ਵਿੱਚ ਨਹੀਂ ਸੀ ਆਉਂਦਾ। ਗ੍ਰਹਿ ਤਜ ਵਣਖੰਡ ਜਾਈਐ, ਚੁਣ ਖਾਈਐ ਕੰਦਾ, ਅਜਹੋਂ ਬੇਕਾਰ ਨਾ ਛੋਡੀ, ਪਾਪੀ ਮਨ ਮੰਦਾ। ਜੰਗਲਾਂ ਵਿੱਚ ਜਾ ਕੇ ਵੀ ਮਨੁੱਖ ਦਾ ਮਨ ਉਸੇ ਤਰ੍ਹਾਂ ਹੀ ਚੰਚਲ ਰਿਹਾ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ
ਸਾਡੇ ਤੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਇਹ ਸਿੱਖਿਆ ਬਖਸ਼ੀ। ਨਾਨਕ ਸਤਿਗੁਰ ਭੇਟਿਐ ਪੂਰੀ ਹੋਵੈ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ, ਵਿੱਚੇ ਹੋਵੈ ਮੁਕਤ। ਗੁਰਸਿੱਖੋ, ਤੁਸੀਂ ਗ੍ਰਸਥ ਵਿੱਚ ਰਹਿਣਾ ਹੈ, ਪਰਿਵਾਰ ਵਿੱਚ ਰਹਿਣਾ ਹੈ, ਪਰ ਰਹਿਣਾ ਹੈ ਨਿਰਲੇਪ ਹੋ ਕੇ। ਜੈਸੇ ਜਲ ਮੈਂ ਕਵਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਇਹ ਕਿਵੇਂ ਹੋ ਸਕਦਾ ਹੈ ਕੋਈ ਆਦਮੀ ਚਿੱਕੜ ਵਿੱਚ ਵੜ ਕੇ ਤੇ ਆਪਣੇ ਸਰੀਰ ਨੂੰ, ਕੱਪੜਿਆਂ ਨੂੰ ਉਸ ਚਿੱਕੜ ਦੇ ਛਿੱਟਿਆਂ ਤੋਂ ਬਚਾ ਸਕੇ? ਇਹ ਕਿਵੇਂ ਹੋ ਸਕਦਾ ਹੈ ਕੋਈ ਆਦਮੀ ਪਾਣੀ ਦੇ ਤਲਾਬ ਵਿੱਚ, ਦਰਿਆ ਵਿੱਚ, ਸਮੁੰਦਰ ਵਿੱਚ ਛਾਲ ਮਾਰ ਕੇ ਫਿਰ ਆਪਣੇ ਸਰੀਰ ਨੂੰ, ਕੱਪੜਿਆਂ ਨੂੰ ਭਿੱਜਣ ਤੋਂ ਬਚਾ ਸਕੇ? ਇਹ ਕਿਵੇਂ ਹੋ ਸਕਦਾ ਹੈ ਕਿਸੇ ਕੱਜਲ ਦੇ ਕੋਠੇ ਵਿੱਚ ਜਾ ਕੇ ਆਦਮੀ ਆਪਣੇ ਦਾਮਨ ਨੂੰ ਪਾਕ ਰੱਖ ਸਕੇ? ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਤਰੀਕਾ ਹੈ, ਸੁਰਤ ਸ਼ਬਦ। ਤੁਸੀਂ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਨ ਦਾ ਅਭਿਆਸ ਕਰੋ। ਘਰ ਵਿੱਚ ਰਹਿ ਕੇ ਹੀ ਜਿੰਨਾ ਸਮਾਂ ਮਿਲੇ ਸੁਰਤ ਨੂੰ ਸ਼ਬਦ ਨਾਲ ਜੋੜੋ। ਸੁਰਤ ਸ਼ਬਦ, ਜਦੋਂ ਸੁਰਤ ਸ਼ਬਦ ਨਾਲ ਜੁੜ ਜਾਵੇਗੀ ਤੇ ਸਤਿਗੁਰੂ ਦੇ ਬਚਨ, ਨਾਨਕ ਘਰ ਹੀ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਨਾਨਕ ਘਰ ਹੀ ਬੈਠਿਆਂ ਸਹੁ ਮਿਲੈ, ਜੇ ਨੀਅਤ ਰਾਸ ਕਰੇ। ਇਹ ਸਤਿਗੁਰੂ ਦੇ ਪਾਵਨ ਪਵਿੱਤਰ ਉਪਦੇਸ਼ ਨੇ। ਗੁਰਮੁਖੋ, ਮਨ ਨੂੰ ਮਾਰਨ ਵਾਸਤੇ ਲੋਕ ਬਾਣ ਪ੍ਰਸਤੀ ਹੋ ਕੇ ਜੰਗਲਾਂ ਦੇ ਵਿੱਚ ਜਾਂਦੇ ਸਨ, ਪਰ ਅਸਲੀ ਜਿਹੜਾ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਜਲ ਹੈ, ਉਹ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ, ਗੁਰੂ ਕਿਰਪਾ ਤੋਂ ਬਿਨਾਂ ਨਹੀਂ ਪ੍ਰਾਪਤ ਹੋ ਸਕਦਾ। ਜਹ ਪਾਵਕ ਸੁਰ ਨਰ ਹੈ ਜਾਰੇ। ਭਗਤ ਕਬੀਰ ਜੀ ਫਰਮਾਉਂਦੇ ਨੇ, ਇਹ ਜਿਹੜੀ ਗੁੱਝੀ ਅੱਗ ਹੈ ਹੰਕਾਰ ਦੀ, ਤ੍ਰਿਸ਼ਨਾ ਦੀ, ਵਿਕਾਰਾਂ ਦੀ, ਇਹਦਾ ਅਸਰ ਕੇਵਲ ਇਸ ਸੰਸਾਰ ਤੇ ਹੀ ਨਹੀਂ, ਬਲਕਿ ਜਿਸ ਅੱਗ ਨੇ ਸੁਰ ਦੇਵਤੇ, ਨਰ ਮਨੁੱਖ ਸਾਰੇ ਹੀ ਸਾੜ ਦਿੱਤੇ ਨੇ। ਭਾਵ ਤ੍ਰਿਸ਼ਨਾ ਦੀ ਅੱਗ ਦਾ ਕੇਵਲ ਇਸ ਸੰਸਾਰ ਤੇ ਹੀ ਅਸਰ ਨਹੀਂ, ਸਵਰਗ ਦੇ ਵਿੱਚ ਦੇਵਤੇ ਰਹਿੰਦੇ ਨੇ, ਉਹ ਵੀ ਇਸੇ ਅੱਗ ਵਿੱਚ ਹੀ ਸੜ ਰਹੇ ਨੇ। ਜਿਸ ਤ੍ਰਿਸ਼ਨਾ ਦੀ ਅੱਗ ਨੇ ਦੇਵਤੇ ਵੀ, ਮਨੁੱਖ ਵੀ ਸਾਰੇ ਸਾੜ ਦਿੱਤੇ ਨੇ, ਤਬਾਹ ਕਰ ਦਿੱਤੇ ਹਨ। ਰਾਮ ਉਦਕ ਜਨ ਜਲਤ ਉਬਾਰੇ। ਪਰ ਜਿਹੜੇ ਵਾਹਿਗੁਰੂ ਦੇ ਜਨ ਦਾਸ ਨੇ ਤੇ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਰਾਮ ਉਦਕ, ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਜਲ ਬਖਸ਼ਿਸ਼ ਕਰਕੇ ਜਲਤ ਉਬਾਰੇ, ਸੜਦਿਆਂ ਹੋਇਆਂ ਨੂੰ ਬਚਾ ਲਿਆ ਹੈ। ਇਹਦਾ ਮਤਲਬ ਇਹ ਹੈ, ਤ੍ਰਿਸ਼ਨਾ ਦੀ ਅੱਗ ਨੇ, ਹਉਮੈ ਹੰਕਾਰ ਦੀ ਅੱਗ ਨੇ ਦੇਵਤਿਆਂ ਨੂੰ ਵੀ ਤੇ ਮਨੁੱਖਾਂ ਨੂੰ ਵੀ ਸਾੜ ਕੇ ਤਬਾਹ ਕਰ ਦਿੱਤਾ। ਪਰ ਭਗਤਾਂ ਉੱਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ। ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਨਾਮ ਦਾ ਅੰਮ੍ਰਿਤ ਜਲ ਬਖਸ਼ਿਸ਼ ਕਰਦਾ ਹੈ, ਉਹਦੇ ਨਾਲ ਸੜਦੇ ਹੋਏ ਆਪਣੇ ਭਗਤਾਂ ਨੂੰ ਬਚਾ ਲੈਂਦਾ ਹੈ।